सब इंटरनेशनल मार्केट ਦੇ ਵਿੱਚ DAP ਦਾ ਰੇਟ ਵੱਧ ਗਿਆ ਸੀ ਜੀ ਰੇਟ ਇੱਥੇ ਸਾਡੇ ਦੇਸ਼ ਦੇ ਵਿੱਚ ਉਹ 1200 ਰੁਪਏ ਥੈਲੇ ਦੀ ਬਜਾਏ 1900 ਰੁਪਏ ਥੈਲਾ ਹੋ ਗਿਆ ਸੀ ਜੀ ਉਦੋਂ ਖਬਰਾਂ ਛਪੀਆਂ ਗਵਰਨਮੈਂਟ ਨੂੰ ਲੱਗਿਆ ਕਿ 5 ਰਾਜਾਂ 'ਚ ਚੋਣਾਂ ਨੇ ਕੰਮ ਗੜਬੜ ਹੋ ਜਾਏਗੀ ਤਾਂ ਕੇਂਦਰ ਸਰਕਾਰ ਨੇ ਕਹਿਤਾ ਕਿ ਉਹ ਜਿਹੜਾ ਵਾਧੂ ਦਾ ਪੈਸਾ ਹੋਏਗਾ ਉਹ ਸਬਸਿਡੀ ਦੇ ਤੌਰ ਤੇ ਅਸੀਂ ਦੇਵਾਂਗੇ ਜੀ ਹੁਣ ਸਵਾਲ ਪੈਦਾ ਇਹ ਹੁੰਦਾ ਕਿ ਉਦੋਂ ਕਹਿਤਾ ਇਹਨਾਂ ਨੇ ਉਹ ਵਾਧਾ ਦੇਣ ਦਾ ਡੈਡਲਾਈਨ ਕਿਹੜੀ ਮਿੱਥੀ ਹੋਈ ਹੈ 31 ਅਕਤੂਬਰ 2021 ਹੁਣ ਜਿਹੜਾ DAP ਚਾਹੀਦਾ ਇਹ 31 ਅਕਤੂਬਰ ਤੋਂ ਬਾਅਦ ਚਾਹੀਦਾ ਜੀ ਮਤਲਬ ਜਦੋਂ ਅਕਤੂਬਰ ਤੋਂ ਸ਼ੁਰੂ ਹੁੰਦਾ ਤੇ ਬਾਕੀ ਤਾਂ ਕੀ ਇੱਕ ਤਾਂ ਉਹ ਡੈਡਲਾਈਨ ਵਧਾਏਗੀ ਗਵਰਨਮੈਂਟ ਕਿ ਅਸੀਂ 31 ਤੋਂ ਇੱਕ ਤਾਂ ਹੁੰਦਾ ਨਾ ਵੀ ਜਿੰਨਾ ਚਿਰ ਵੀ ਚਲੋ ਜ਼ਰੂਰਤ ਪਏਗੀ ਅਸੀਂ ਦਿਆਂਗੇ ਜੀ ਜੇ ਉਹ ਕਿਸਾਨ ਤੇ ਛੱਡ ਦਿੱਤਾ ਜਾਂਦਾ ਤਾਂ ਕਿੰਨਾ ਜੇ ਉਹਨੂੰ 600 ਰੁਪਏ ਥੈਲਾ ਹੀ ਮਹਿੰਗਾ ਮਿਲਣਾ ਉਦੋਂ ਹੁਣ ਹੀ ਅਜੇ 2 ਦਿਨ ਦੀ ਗੱਲ ਹੈ 300 ਰੁਪਏ ਜਿਹੜਾ ਟਨ $300 ਪਰ ਟਨ ਹੋਰ ਰੇਟ ਵੱਧ ਗਿਆ DAP ਦਾ ਇੰਟਰਨੈਸ਼ਨਲ ਮਾਰਕੀਟ 'ਚ ਜੀ ਅਤੇ ਜੇ ਉਹ ਪਹਿਲਾਂ ਵਾਲਾ ਵੀ ਗੌਰਮੈਂਟ ਅੱਗੇ 31 ਤੋਂ ਆਰਡਰ ਨਹੀਂ ਵਧਾਉਂਦੀ ਅਤੇ ਆ ਵੀ ਕਿਸਾਨ ਨੂੰ ਆਪ ਦੇਣਾ ਪੈਂਦਾ ਇੱਥੇ ਤਾਂ ਅਜੇ ਤੱਕ ਉਹਨੇ ਕੁਛ ਨਹੀਂ ਕਿਹਾ ਕਿ ਮੈਂ ਦੇਊਂ ਜੀ ਤੁਹਾਡਾ 1000 ਰੁਪਏ ਥੈਲੇ ਦੇ ਮਗਰ ਵੈਸੇ ਹੀ ਵੱਧ ਜਾਂਦਾ ਹੈ 8 ਲੱਖ ਟਨ ਪੰਜਾਬ 'ਚ ਚਾਹੀਦਾ ਘੱਟੋ ਘੱਟ DAP ਜਿਹੜਾ ਕਣਕ ਅਤੇ ਬਾਕੀ ਦੀ ਹਾੜੀ ਦੀਆਂ ਫਸਲਾਂ ਦੇ ਵਾਸਤੇ ਉਸ ਪੱਧਰ ਦੇ ਉੱਤੇ ਅਤੇ ਫਿਰ ਉਹਨੂੰ ਕੌਣ ਪੂਰਾ ਕਰੂਗਾ ਉਸ ਲਾਗਤ ਨੂੰ ਕਿਸ ਤਰੀਕੇ ਨਾਲ ਲਿਆਂਦਾ ਜਾਏਗਾ ਅਤੇ ਉਦੋਂ ਅਗਲੀਆਂ ਫਸਲਾਂ ਦਾ ਤਾਂ ਖੈਰ ਮਾਨਾ ਕੋਈ ਨਹੀਂ ਬਚਦਾ ਜੇ ਤੇਲ ਵੀ ਇਕੱਲੀ ਗੱਲ ਕਰੀਏ ਆਪਾਂ ਤੇਲ ਪਿਛਲੀ ਕਣਕ ਨਾਲੋਂ ਤੇ ਹੁਣ ਤੱਕ ਦੀ ਕਣਕ ਦੇ ਲਈ 10 ਰੁਪਏ ਲੀਟਰ ਡੀਜ਼ਲ ਵੱਧ ਗਿਆ ਬਿਲਕੁਲ ਪੰਜਾਬ ਦੇ ਵਿੱਚ 11 ਲੱਖ ਕਿਲੋ ਲੀਟਰ ਡੀਜ਼ਲ ਕੇਵਲ ਖੇਤੀ ਤੇ ਲੱਗਦਾ ਜਿੰਨਾ ਟੋਟਲ ਡੀਜ਼ਲ ਪੰਜਾਬ 'ਚ ਖਪਤ ਹੁੰਦਾ ਉਹਦਾ ਤੀਜਾ ਹਿੱਸਾ ਖੇਤੀ ਤੇ ਲੱਗਦਾ ਅਤੇ ਜੇ ਉਹਨੂੰ ਹੀ ਗੁਣਾ ਕਰ ਲਓ ਤਾਂ ਕੀ ਭਾਅ ਪਊਗੀ ਕਿੰਨੇ ਰੁਪਏ ਕੁਇੰਟਲ ਪਏਗਾ ਇਹ ਬਹੁਤ ਬੜੇ ਸਵਾਲ ਨੇ ਜਿਹਦੇ 'ਤੇ ਤੁਸੀਂ ਜਦੋਂ ਉਤਪਾਦਨ ਲਾਗਤ ਹੀ ਠੀਕ ਢੰਗ ਨਾਲ ਨਹੀਂ ਆਂਗ ਰਹੇ ਜੀ ਉਹਨਾਂ ਨੇ ਕੀਤਾ ਇਹ ਉਤਪਾਦਨ ਲਾਗਤ ਵਿੱਚ ਮੇਲ ਕੇ 1008 ਰੁਪਏ ਜੀ ਜਿਹੜਾ ਪੰਜਾਬ ਸਰਕਾਰ ਨੇ PAU ਦੇ ਥਰੂ ਰਿਕਮੈਂਡ ਕਰਕੇ ਭੇਜਿਆ ਜਿਸ 'ਚ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ 50% ਮੁਨਾਫਾ ਹੈ ਜੀ ਉਹ 2830 ਰੁਪਏ ਕੁਇੰਟਲ ਦਾ ਮੰਗ ਕੀਤੀ ਹੈ ਦੇ ਰਹੇ ਹੋ ਤੁਸੀਂ 2015 ਤਾਂ ਬਾਕੀ ਦਾ ਜਿਹੜਾ ਰੇਟ ਹੈ 815 ਰੁਪਏ ਉਹ ਕਿੱਥੋਂ ਆਊਗਾ ਅਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਦਿੰਦਾ ਇਹੀ ਅਸਲ 'ਚ ਕਿਸਾਨਾਂ ਦਾ ਅਤੇ ਸਰਕਾਰ ਦਾ ਟਕਰਾਅ ਹੈ ਜਾਂ ਬਖਰੇਮ ਹੈ ਉਹ ਇਹ ਕਹਿ ਰਹੇ ਨੇ ਕਿ ਸਵਾਮੀਨਾਥਨ ਰਿਪੋਰਟ ਕਹਿੰਦੀ ਹੈ ਕਿ ਪੂਰੀ ਕਾਸਟ ਸਮੁੱਚੀ ਕਾਸਟ ਵਿੱਚ ਸ਼ਾਮਲ ਕਰੋ ਜੀ ਜਿਸ 'ਚ ਵਿਆਜ ਵੀ ਸ਼ਾਮਲ ਕਰੋ ਉਹਦੀ ਟੈਕਨੀਕਲ ਲੇਬਰ ਵੀ ਉਹਦਾ ਬਾਕੀ ਚੀਜ਼ਾਂ ਵੀ ਅਤੇ ਤੁਸੀਂ ਜੇ ਉਹ ਨਹੀਂ ਕਰਦੇ ਤਾਂ ਜਿਹੜਾ ਇਹ ਕਹਿੰਦੇ ਹੋ ਕਿ ਅਸੀਂ ਦੁੱਗਣਾ ਦੇਤਾ 1.5 ਗੁਣਾ ਦੇਤਾ ਉਹਦਾ ਕੋਈ ਮਤਲਬ ਨਹੀਂ ਜੇ ਸਵਾਮੀਨਾਥਨ ਲਾਗੂ ਕਰਨਾ ਤਾਂ ਕਣਕ ਦਾ ਭਾਅ 2830 ਚਾਹੀਦਾ ਪੰਜਾਬ ਦੀ ਸਰਕਾਰ ਦੀ ਰਿਕਮੈਂਡੇਸ਼ਨ PAU ਦੀ ਰਿਕਮੈਂਡੇਸ਼ਨ ਦੇ ਮੁਤਾਬਕ ਹੁਣ ਇਦੋਂ ਅੱਗੇ ਦਾ ਸਵਾਲ ਹੈ ਕਿ ਕਿਉਂਕਿ ਜਿਹੜਾ CACP ਹੈ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕਮਿਸ਼ਨ ਜਿਹੜਾ ਉਹ ਮਿੱਥਦਾ ਭਾਅ ਜਾਂ ਰਿਕਮੈਂਡ ਕਰਦਾ ਸਿਫਾਰਿਸ਼ ਕਰਦਾ ਜੀ ਉਹਦੀਆਂ ਟਰਮਜ਼ ਆਫ ਰੈਫਰੈਂਸਿਸ ਦੇ ਵਿੱਚ ਇੱਕ ਗੱਲ ਇਹ ਪਈ ਹੋਈ ਹੈ ਕਿ ਤੁਸੀਂ ਖਪਤਕਾਰਾਂ ਦਾ ਵੀ ਖਿਆਲ ਰੱਖਣਾ ਹੈ ਇਕੱਲਾ ਇਹਦਾ ਮਤਲਬ ਕੀ ਹੋ ਗਿਆ ਉਤਪਾਦਨ ਲਾਗਤ ਦਾ ਖਿਆਲ ਰੱਖੋਗੇ ਜਾਂ ਖਪਤਕਾਰਾਂ ਦਾ ਦੋਨਾਂ 'ਚੋਂ ਇੱਕੋ ਰੱਖੋਗੇ ਜੀ ਬਿਲਕੁਲ ਜੇ ਉਤਪਾਦਨ ਲਾਗਤ ਜੇ ਜ਼ਿਆਦਾ ਆਉਂਦੀ ਹੈ ਤਾਂ ਖਪਤਕਾਰ ਦਾ ਖਿਆਲ ਫਿਰ ਤੁਸੀਂ ਕਿਵੇਂ ਰੱਖੋਗੇ ਉਹਨੂੰ ਘਟਾਓਗੇ ਤਾਂ ਹੀ ਰੱਖੋਗੇ ਜੀ ਹੁਣ ਵੱਡੀ ਦਲੀਲ ਇਹ ਹੈ ਅਸਲ 'ਚ ਬਿਲਕੁਲ ਖਪਤਕਾਰਾਂ ਨੂੰ ਖਾਸ ਤੌਰ 'ਤੇ ਗਰੀਬਾਂ ਨੂੰ ਉਹਦੇ ਪਹੁੰਚ ਦੇ ਵਿੱਚ ਅਨਾਜ ਹੋਣਾ ਚਾਹੀਦਾ ਹੈ ਉਹਨੂੰ ਰੋਜੀ ਰੋਟੀ ਮਿਲਣੀ ਚਾਹੀਦੀ ਹੈ ਜੇ ਉਹਦੀ ਪਹੁੰਚ ਤੋਂ ਦੂਰ ਹੋ ਜਾਏਗਾ ਤਾਂ ਭੁੱਖਮਰੀ ਪੈਦਾ ਹੋ ਜਾਏਗੀ ਇਹ ਗੱਲ ਠੀਕ ਹੈ ਜੀ ਪਰ ਉਹ ਜਿਹੜਾ ਬੋਝ ਹੈ ਕੀ ਇਕੱਲਾ ਕਿਸਾਨ ਚੱਕੇ ਜਾਂ ਟੋਟਲ ਸਮਾਜ ਚੱਕੇ ਗੱਲ ਕੇਵਲ ਇੰਨੀ ਹੈ ਬਿਲਕੁਲ ਉਹਦਾ ਬੋਝ ਸਬਸਿਡਾਈਜ਼ ਤੌਰ 'ਤੇ ਸਮੁੱਚੀ ਗੌਰਮੈਂਟ ਨੂੰ ਸਮਾਜ ਵੱਲੋਂ ਚੱਕਣਾ ਚਾਹੀਦਾ ਵਿੱਚੋਂ ਦੇ ਕਿਸਾਨ ਵੀ ਆਪੀ ਆ ਜਾਣਗੇ ਕਿਉਂਕਿ ਜੇ ਉਹ ਸਬਸਿਡੀ ਆਊਗੀ ਤਾਂ ਕਿਸਾਨਾਂ 'ਚੋਂ ਵੀ ਟੈਕਸ ਆ ਕੇ ਵਿੱਚ ਉਹਦਾ ਵੀ ਹਿੱਸਾ ਹੋ ਜਾਊਗਾ ਇੱਕ ਇਕੱਲੀ ਧਿਰ 'ਤੇ ਉਹ ਬੋਝ ਪਾ ਦੇਣ ਦਾ ਜਿਹੜਾ ਤਰੀਕਾ ਹੈ ਉਹ ਇਨਸਾਫ ਪਸੰਦ ਤਰੀਕਾ ਨਹੀਂ ਉਹ ਜਸਟੀਫਾਈ ਨਹੀਂ ਜੀ ਇਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਫਸਲਾਂ ਨੇ ਮੰਨ ਲਓ ਤੁਸੀਂ ਸਰੋਂ ਦਾ ਲਾਣਤਾ ਜੀ 5050 ਰੁਪਏ ਰੇਟ ਹੋਏਗਾ ਜੀ ਹੁਣ 400 ਰੁਪਏ ਵਧਾਤਾ ਅਸੀਂ ਜਾਂ ਕਿਸੇ ਦਾ ਬਾਕੀ ਦਾ ਉਹਨਾਂ ਤਾਂ 35 ਰੁਪਏ ਵਧਾਤਾ ਕਿਸੇ ਦਾ ਕਿੰਨਾ ਵਧਾਤਾ ਉਹ ਬੰਦੇ ਦਾ ਫਾਇਦਾ ਕੀ ਹੈ ਕਿਸਾਨ ਕਹਿ ਰਹੇ ਨੇ ਕਿ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਦਿਓ ਹੁਣ ਕਣਕ ਅਤੇ ਝੋਨੇ ਤੋਂ ਬਿਨਾਂ ਮਾੜੀ ਮੋਟੀ ਕਪਾਹ ਤੋਂ ਬਿਨਾਂ ਅਤੇ ਥੋੜ੍ਹੀ ਬਹੁਤ ਜਿਹੜੇ ਜੇ ਗੰਨਾ ਵਿੱਚ ਸ਼ਾਮਲ ਕਰ ਲਓ ਗੰਨੇ ਦੀ ਜੇਕਰ ਕੋਈ ਭਾਅ ਜਿਹੜਾ ਤੈਅ ਹੁੰਦਾ ਉਹ ਤੋਂ ਬਿਨਾਂ ਅਤੇ ਜੇ ਖਰੀਦੀ ਉਹ ਗਰੰਟੀ ਨਹੀਂ ਬਾਕੀ ਚੀਜ਼ਾਂ ਦੀ ਤਾਂ ਭਾਅ ਜਿੰਨਾ ਮਰਜ਼ੀ ਤੈਅ ਕਰ ਦਿਓ ਉਹਦੇ ਤੋਂ ਕੀ ਲੈਣਾ ਜੀ ਉਹਦਾ ਲੋਕਾਂ ਨੂੰ ਜਾਂ ਆਮ ਬੰਦਿਆਂ ਨੂੰ ਤਾਂ ਕੋਈ ਉਹ ਨਹੀਂ ਈਵਨ ਇਹ ਗੱਲ ਤਾਂ ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਭਾਰਤੀ ਕਿਸਾਨ ਸੰਘ ਹੈ
ਉਹਨੇ ਵੀ ਕੱਲ੍ਹ ਵੱਖ-ਵੱਖ ਜਗ੍ਹਾ ਤੇ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਨੇ। ਉਹ ਵੀ ਕਹਿੰਦਾ ਕਿ ਇਹਦੀ ਤਾਂ ਗਾਰੰਟੀ ਦਿਓ, ਘੱਟੋ ਘੱਟ ਸਮਰਥਨ ਮੁੱਲ ਦੀ ਤਾਂ। ਜੀ ਤੇ ਜੇ ਤੁਸੀਂ ਇਹ ਨਹੀਂ ਕਰਦੇ ਤਾਂ ਬਾਕੀ ਦੇ ਭਾਅ ਦਾ ਕੋਈ ਮਤਲਬ ਨਹੀਂ। ਇਸ ਕਰਕੇ ਇਹ ਬਹੁਤ ਬੜਾ ਇੱਕ ਮਜ਼ਾਕ ਇਸ ਲੈਵਲ ਤੇ ਹੈ ਕਿ ਤੁਸੀਂ ਲਾਗਤ ਵੀ ਪੂਰੀ ਨਹੀਂ ਦੇ ਰਹੇ, ਮੁਨਾਫਾ ਬਹੁਤ ਦੂਰ ਦੀ ਗੱਲ ਹੈ। ਮੁਨਾਫਾ ਕਹਿਣ ਦੇ ਤੌਰ ਤੇ ਹੈ ਤੁਸੀਂ ਜੋ ਵੀ ਚੀਜ਼ਾਂ ਕਰਦੇ ਹੋ, ਇਸੇ ਕਰਕੇ ਇਹ ਹਜਮ ਨਹੀਂ ਹੈਗਾ। ਔਰ ਉਹ ਵੀ ਉਦੋਂ ਤੁਸੀਂ ਕਰ ਰਹੇ ਹੋ, ਇਹਦਾ ਮਤਲਬ ਤੁਸੀਂ ਵੋਟ ਤੋਂ ਹੀ ਤਾਂ ਚੱਲਦੇ ਹੋ। ਜਦੋਂ 5 ਰਾਜਾਂ ਦੀਆਂ ਚੋਣਾਂ ਸੀ ਉਦੋਂ ਤੁਸੀਂ ਕਹਿਤਾ ਇਹ ਹੋ ਸਕਦਾ ਹੈ ਕਿ ਅੱਗੇ ਦਬਾਅ ਜਿਹੜਾ ਆਊਗਾ 5 ਰਾਜਾਂ ਦੀਆਂ ਫੇਰ ਆ ਰਹੀਆਂ ਨੇ 22 'ਚ, ਉਦੋਂ ਪਹਿਲਾਂ ਉਹ ਕਹਿੰਦੇ ਵੀ ਖਾੜ ਦੀ ਸਬਸਿਡੀ ਅਸੀਂ ਹੋਰ ਦੇ ਦਾਂਗੇ, ਪਰ ਉਹ ਇੱਕ ਅੱਧਾ ਟਰਮ ਲਈ ਰਹੂਗੀ, ਉਹ ਓਵਰਆਲ ਨਹੀਂ ਹੈ। ਉਹਦੇ ਲਈ ਪਾਲਿਸੀ ਦਾ ਜਿਹੜਾ ਸਵਾਲ ਹੈ, ਜਿੰਨਾ ਚਿਰ ਇੱਕ ਪਾਲਿਸੀ ਬਣ ਜਾਏਗੀ, ਜੇ ਕਾਨੂੰਨ ਬਣ ਜਾਏ MSP ਤੇ ਖਰੀਦ ਦਾ, ਫਿਰ ਕਿਸਾਨ ਨੂੰ ਸ਼ਾਇਦ ਕੋਈ ਪ੍ਰੋਬਲਮ ਨਾ ਆਏ। ਫਿਰ ਚਾਹੇ ਉਹ ਵੱਧ ਜਾਏ ਚਾਹੇ ਘਟ ਜਾਏ, ਆਟੋਮੈਟਿਕਲੀ ਭਾਅ ਉਸ ਪਾਸੇ ਵੱਲ ਨੂੰ ਜਾਏਗਾ ਤੇ ਉੱਥੇ ਖਰੀਦੀ ਜਾਏਗੀ ਪੂਰੀ। ਇਹ ਸਭ ਤੋਂ ਬੜਾ ਸਵਾਲੀਆ ਨਿਸ਼ਾਨ ਹੈ, ਇੱਕ ਚੈਲੰਜ ਹੈ, ਚੁਣੌਤੀ ਹੈ ਦੇਸ਼ ਦੀ ਐਗਰੀਕਲਚਰ ਪਾਲਿਸੀ ਦੇ ਰੂਪ ਦੇ ਵਿੱਚ। ਖੇਤੀਬਾੜੀ ਪਾਲਿਸੀ ਨਾ ਗੌਰਮੈਂਟ ਆਫ ਇੰਡੀਆ ਬਣਾਉਂਦੀ ਹੈ, ਨਾ ਪੰਜਾਬ ਦੀ ਸਰਕਾਰ ਬਣਾਉਂਦੀ ਹੈ। ਪਹਿਲਾਂ ਵੀ ਕਾਲਕਟ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਡਰਾਫਟ ਪਿਆ ਰਿਹਾ ਅਕਾਲੀ ਦਲ ਵੇਲੇ, ਤੇ ਹੁਣ ਕਾਂਗਰਸ ਵੇਲੇ ਉਹ ਡਰਾਫਟ ਪਿਆ, ਗੌਰਮੈਂਟ ਜਾ ਰਹੀ ਹੈ ਤੇ ਤੁਹਾਡਾ ਡਰਾਫਟ ਅਜੇ ਤੱਕ ਡਰਾਫਟ ਨੇ। ਇਸ ਲਈ ਉਹਦੇ ਨਾਲ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਹਮੀਰ ਜੀ, ਜਿਵੇਂ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰ ਰਹੀ ਹੈ ਵੀ ਅਸੀਂ ਅਗਲੇ ਸਾਲ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ, ਕੀ ਤੁਹਾਨੂੰ ਲੱਗਦਾ ਜੀ ਕਿ ਜਿਵੇਂ MSP ਮਾਮੂਲੀ ਵਾਧੇ ਕੀਤੇ ਜਾ ਰਹੇ ਨੇ, ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇਗੀ? ਨਹੀਂ, ਉਹ ਤਾਂ ਇਹ ਕਿਸਾਨਾਂ ਦੀ ਰੀਅਲ ਆਮਦਨ ਘਟ ਰਹੀ ਹੈ, ਦੁੱਗਣੀ ਤਾਂ ਬਾਅਦ ਦੀ ਗੱਲ ਹੈ। ਆਮਦਨ ਕਿਹਨੂੰ ਕਹਿੰਦੇ ਆਪਾਂ? ਆਮਦਨ ਇਹ ਤਾਂ ਨਹੀਂ ਕਿ ਜੇ ਮੇਰੀ ਜੇਬ 'ਚ 20,000 ਪਹਿਲਾਂ ਆਉਂਦਾ ਸੀ ਤੇ ਹੁਣ 30,000 ਆਉਣ ਲੱਗ ਗਿਆ। ਜੇ ਮੇਰਾ ਖਰਚ 40,000 ਕਰਾਤਾ ਤੁਸੀਂ, ਇਹਦਾ ਤਾਂ ਮੈਨੂੰ ਤਾਂ ਆਮਦਨ ਹੋਣ ਦੀ ਬਜਾਏ ਘਟ ਜੂਗੀ ਆਮਦਨ, ਸਗੋਂ ਮੈਂ ਕੁਛ ਆਮਦਨ ਤੋਂ ਲੈਣਾ ਕੀ ਹੈ। ਜਿਹੜੀ ਖੇਤੀਬਾੜੀ ਇਨਪੁੱਟ ਦਾ ਕੁਐਸਚਨ ਹੈ, ਪੈਸਟੀਸਾਈਡ ਕਿੰਨੀ ਵੱਧ ਗਈ, ਬੀਜ ਕਿੰਨੇ ਰੇਟ ਦਾ ਵੱਧ ਗਿਆ, ਖਾਦ ਕਿੰਨੀ ਵੱਧ ਗਈ, ਤੇਲ ਕਿੰਨਾ ਵੱਧ ਗਿਆ, ਜਿਹੜੀ ਮਸ਼ੀਨਰੀ ਦੀ ਕਾਸਟ ਕਿੰਨੀ ਵੱਧ ਗਈ, ਲੇਬਰ ਕਾਸਟ ਕਿੰਨੀ ਆ ਰਹੀ ਹੈ, ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪਾਓਗੇ ਵਿੱਚ, ਤਾਂ ਜਿੰਨਾ ਉਹਦਾ ਰੇਟ ਵਧੇਗਾ ਤਾਂ ਉਹਦੇ ਨਾਲ ਜੋੜੋਗੇ ਨਾ ਆਮਦਨ। ਬਿਲਕੁਲ। ਤੇ ਦੂਜੀ ਗੱਲ ਇਹ ਵੀ ਹੈ ਕਿ 5 ਸਾਲ 'ਚ ਆਮਦਨ ਵਧੂਗੀ ਕਿਵੇਂ? ਭਾਅ ਵੱਧਦਾ ਜੇ 5 ਸਾਲ 'ਚ ਵੀ, ਜਦੋਂ ਦੇ ਤੁਸੀਂ ਮੋਦੀ ਸਰਕਾਰ ਕਹਿ ਰਹੀ ਹੈ 7 ਸਾਲ 'ਚ ਕੋਈ 35 ਰੁਪਏ, ਕੋਈ 40 ਰੁਪਏ, ਕੋਈ 10 ਰੁਪਏ, ਕੋਈ 20 ਰੁਪਏ, ਉਹਦੇ ਨਾਲੋਂ ਜੇ ਤੁਸੀਂ ਪਹਿਲਾਂ 1500 ਵੀ ਭਾਅ ਉਦੋਂ ਸੀ, ਜੇ 3000 ਕਰਦੇ ਤਾਂ ਡਬਲ ਹੁੰਦੀ ਨਾ। ਜੀ। ਰਾਕੇਸ਼ ਟਕੈਤ ਠੀਕ ਗੱਲ ਉਠਾ ਰਹੇ ਆ ਕਿ ਅਸੀਂ ਜਨਵਰੀ ਤੋਂ ਬਾਅਦ ਸ਼ੁਰੂ ਕਰਾਂਗੇ, ਕਿ ਪ੍ਰਧਾਨ ਮੰਤਰੀ ਨੇ ਕਹਿ ਰਹੇ ਨੇ ਕਿ ਕਿਸਾਨਾਂ ਦੀ ਆਮਦਨ 1 ਜਨਵਰੀ ਤੋਂ ਬਾਅਦ ਦੁੱਗਣੀ ਹੋਗੀ। ਅਸੀਂ ਕਿਆ ਕਰਾਂਗੇ? ਦੁੱਗਣੀ ਹੋ ਗਈ ਜੀ, ਕਿਉਂਕਿ ਦੁੱਗਣੀ ਤਾਂ ਹੋਊਗੀ ਜੇ MSP ਦੁੱਗਣੀ ਹੋਗੀ, ਜੀ। ਉਹ ਡਬਲ ਨਹੀਂ ਹੋ ਰਹੀ। ਬਿਲਕੁਲ। ਇਸ ਕਰਕੇ ਉਹ ਜਿਹੜਾ ਇੱਕ ਜੁਮਲੇ ਵਾਂਗ ਹੀ ਰਹਿ ਗਿਆ ਕਿ ਡਬਲ ਇਨਕਮ ਦਾ, ਡਬਲ ਇਨਕਮ ਦਾ ਹਾਲ ਨਹੀਂ ਹੈ। ਕਿਸਾਨ ਕਰਜ਼ਾਈ ਹੋ ਰਿਹਾ ਲਗਾਤਾਰ। ਜੇ ਡਬਲ ਇਨਕਮ ਹੋ ਗਈ ਤਾਂ ਘੱਟੋ ਘੱਟ ਕਰਜ਼ਾ ਘਟਣਾ ਚਾਹੀਦਾ ਫਿਰ, ਤਾਂ ਕਿ ਕਰਜ਼ਾ ਅਦਾ ਕਰਦੇ। ਤਾਂ ਜੇ ਉਸ ਲੈਵਲ ਦੀ ਇਨਕਮ ਆ ਜੇ ਤਾਂ ਘੱਟੋ ਘੱਟ ਉਹਦੇ 'ਚ ਇੱਕ ਭਰੋਸਾ ਪੈਦਾ ਹੋਣਾ ਚਾਹੀਦਾ, ਤੇ ਰੁਜ਼ਗਾਰ ਦੇ ਮੌਕੇ ਵੱਧ ਪੈਦਾ ਹੋ ਜਾਣਗੇ ਉਸ ਤਰੀਕੇ ਨਾਲ। ਨਾ ਰੁਜ਼ਗਾਰ ਦੇ ਮੌਕੇ ਵੱਧ ਪੈਦਾ ਹੋ ਰਹੇ ਨੇ, ਨਾ ਆਮਦਨ ਹੋ ਰਹੀ ਹੈ। ਜੀ ਹਮੀਰ ਜੀ, ਹੁਣ ਗੱਲ ਕਰਦੇ ਹਾਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੀ। ਤਾਂ ਇਹ ਸੰਘਰਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ, ਤੇ ਜੇਕਰ ਇਹਦਾ ਹੁਣ ਅਖੀਰੀ ਦੇਖੀਏ ਤਾਂ ਇਸ ਟਾਈਮ ਲੇਟੈਸਟ ਜਿਹੜਾ ਹੈਗਾ ਕਰਨਾਲ ਦੇ ਵਿੱਚ ਕਿਸਾਨਾਂ ਨੇ ਇੱਕ ਹੋਰ ਪੱਕਾ ਮੋਰਚਾ ਲਾਤਾ, ਉੱਥੇ ਸਕੱਤਰੇਤ ਦੇ ਬਾਹਰ ਕਿਸਾਨ ਬੈਠੇ ਨੇ। ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦੀ ਹੈ, ਜੋ ਕਿ ਕੱਲ੍ਹ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਮੀਟਿੰਗ ਦੇ ਮਾਇਨੇ ਕੀ ਹੈ? ਅਸਲ ਦੇ ਵਿੱਚ ਜਿਹੜੇ ਅੰਦੋਲਨ ਹੈ, ਪਹਿਲਾਂ ਮੁਜ਼ੱਫਰਨਗਰ ਐਡੀ ਵੱਡੀ ਮਹਾਪੰਚਾਇਤ ਹੋਈ ਹੈ, ਉਹਦੇ ਨਾਲ ਸਾਰੀ ਦੁਨੀਆ ਨੂੰ, ਦੇਸ਼ ਨੂੰ ਇਹ ਪਤਾ ਲੱਗਿਆ ਕਿ ਅੰਦੋਲਨ ਦਾ ਦਾਇਰਾ ਕਿੱਡਾ ਵੱਡਾ ਫੈਲ ਚੁੱਕਿਆ ਔਰ ਅੰਦੋਲਨ ਕੀ ਚਾਹੁੰਦਾ ਹੈ। ਜੀ। ਜਿਹੜੇ ਉਹ ਕਹਿ ਰਹੇ ਸੀ ਮੁੱਠੀ ਭਰ ਕਿਸਾਨ ਨੇ, ਇਹਨਾਂ ਦੀ ਗੱਲ ਕਿਉਂ ਮੰਨੀ ਜਾਵੇ, ਬਹੁਤੇ ਕਿਸਾਨ ਤਾਂ ਦੂਜੇ ਪਾਸੇ ਨੇ। ਜੇ ਉਹ ਫਿਰ ਬਹੁਤੇ ਕਿਸਾਨ ਜਿਹੜੇ ਕਾਨੂੰਨ ਦੇ ਪੱਖ 'ਚ ਨੇ, ਉਹ ਕੋਈ ਰੈਲੀ ਕਰਨ ਕਿਸੇ ਜਥੇਬੰਦੀ ਦੇ ਥਰੂ, ਪਤਾ ਲੱਗੇ ਨਾ ਵੀ ਹਾਂ ਅਸੀਂ ਇਹਦੇ ਪੱਖ 'ਚ। ਕਿੰਨੇ ਕਿ ਤੁਹਾਡਾ ਆਪਣਾ ਰਾਸ਼ਟਰੀ ਕਿਸਾਨ ਸੰਘ ਇਹਦੇ ਖਿਲਾਫ ਹੈ, ਤੇ ਉਹਦੇ 'ਚ ਸੌਦਾ ਤਾਂ ਉਹ ਵੀ ਚਾਹੁੰਦਾ ਜੇ ਬਾਕੀ ਚੀਜ਼ਾਂ ਨਹੀਂ ਹੈ। ਤੇ ਦੂਜੀ ਗੱਲ ਇਹ ਹੈ, ਜਿਹੜਾ ਕਰਨਾਲ ਵਾਲਾ ਮੁੱਦਾ ਹੈ, ਇਹ ਬਿਲਕੁਲ ਪ੍ਰਸ਼ਾਸਨਕ ਤੇ ਪੋਲੀਟੀਕਲ ਨਲਾਇਕੀ ਹੈ। ਉਹਦਾ ਕਾਰਨ ਇਹ ਇਸੇ ਕਰਕੇ ਹੁਣ ਕੀ ਕਹਿਣ ਲੱਗੇ ਲੋਕ, ਖਾਸ ਤੌਰ 'ਤੇ ਰਣਦੀਪ ਸੁਰਜੇਵਾਲਾ ਨੇ ਅੱਜ ਕਿਹਾ ਜਿਹੜਾ ਹੈ ਨਾ ਵੀ ਇਹ ਅਫਸਰ ਦੀ ਹਿੰਮਤ ਨਹੀਂ ਹੁੰਦੀ ਇੰਨਾ ਕਰਨ ਦੀ। ਅਸਲ 'ਚ ਆਰਡਰ ਪੋਲੀਟੀਕਲੀ ਚੀਫ ਮਿਨਿਸਟਰ ਵੱਲੋਂ ਗਿਆ ਸੀ, ਤਾਂ ਹੀ ਤਾਂ ਅਫਸਰ ਨੂੰ ਬਚਾਇਆ ਜਾ ਰਿਹਾ। ਜੇਕਰ ਅਫਸਰ ਆਪਦੇ ਪੱਧਰ 'ਤੇ ਕਰਦਾ, ਆਪਦੀ ਮਨਮਾਨੀ, ਤਾਂ ਜਿਹੜੀ ਪੋਲੀਟੀਕਲ ਹਾਇਰਾਰਕੀ ਹੁੰਦੀ ਆ, ਉੱਪਰ ਬੈਠੇ ਲੋਕ ਹੁੰਦੇ ਨੇ, ਉਹ ਕਦੇ ਬਦਨਾਮੀ ਨਹੀਂ ਕਰਾਉਂਦੇ ਉਹਦੇ ਵਾਸਤੇ ਆਪਣੀ, ਤਾਂ ਉਹਦੇ ਖਿਲਾਫ ਕਾਰਵਾਈ ਕਰ ਦਿੰਦੇ ਹੁਣ ਨੂੰ, ਜੇਕਰ ਇਸ ਲੈਵਲ ਦੀ ਗੱਲ ਹੁੰਦੀ। ਇਹਦਾ ਮਤਲਬ ਇਹ ਹੈ ਕਿ ਉਹਨੇ ਦੂਜੇ ਬੰਦਿਆਂ ਦੇ ਹੁਕਮ ਮੁਤਾਬਕ ਉਸ ਲੈਵਲ ਦੀ ਗੱਲ ਕੀਤੀ ਹੈ। ਨਹੀਂ ਤਾਂ ਐਡੀ ਕੋਈ ਗੱਲ ਨਹੀਂ ਸੀ ਕਿ ਤੁਸੀਂ ਹਜ਼ਾਰਾਂ ਕਿਸਾਨ ਉੱਥੇ ਇੱਕ ਗੱਲ ਕਰਕੇ ਬੈਠਾ ਹੈ ਕਿ ਵੀਡੀਓ ਤੁਹਾਡੇ ਸਾਹਮਣੇ ਹੈ, ਪ੍ਰਾਈਮਾ ਫੇਸੀ ਨਾਰਮਲੀ ਹਰ ਅਦਾਲਤ 'ਚ ਸਾਰੇ ਚੀਜ਼ਾਂ ਕਹਿੰਦੇ ਨੇ ਕਿ ਆਹ ਦੇਖਣ ਨੂੰ ਤਾਂ ਲੱਗਦਾ ਕਿ ਇਹ ਗਲਤ ਹੋਇਆ ਜੀ, ਤਾਂ ਉੱਥੇ ਐਕਸ਼ਨ ਹੋ ਜਾਂਦਾ, ਦੇਖਣ ਨੂੰ ਲੱਗਦਾ ਵੀ ਬਾਅਦ ਦੇ ਵਿੱਚ ਇਨਕੁਆਇਰੀ ਕਰਾ ਲਾਂਗੇ। ਜੇ ਉਸ ਪਾਸ ਨਿਰਦੋਸ਼ ਪਾਇਆ ਜਾਂਦਾ ਤਾਂ ਉਹ ਖਾਰਜ ਹੋ ਜਾਂਦਾ, ਜੇਕਰ ਦੋਸ਼ੀ ਪਾਇਆ ਜਾਂਦਾ ਤਾਂ ਚਾਰਜ ਸ਼ੀਟ ਹੋ ਕੇ ਉਦੋਂ ਬਾਅਦ ਅਗਲਾ ਕੋਈ ਮੁਕੱਦਮਾ ਜਿਹੜਾ ਇਸ ਲੈਵਲ 'ਤੇ ਚੱਲ ਪੈਂਦਾ। ਬਿਲਕੁਲ।
ਔਰ ਜਦੋਂ ਇਸ ਲੈਵਲ ਦੀ ਵੀਡੀਓ ਦਾ ਸਬੂਤ ਹੋਵੇ, ਮੈਨੂੰ ਤਾਂ ਇਹ ਵੀ ਲੱਗਦਾ ਕਈ ਵਾਰ ਕਿ ਅਦਾਲਤਾਂ 'ਚੋਂ ਵੀ ਕੋਈ ਨਾ ਕੋਈ ਸੂ ਮੋਟੋ ਲਿਆ ਜਾ ਸਕਦਾ ਜੇਕਰ ਲੈਣਾ ਹੋਵੇ, ਕਿਉਂਕਿ ਇੱਕ ਬੜਾ ਵੱਡਾ ਸਵਾਲ ਪਬਲਿਕ ਇੰਟਰਸਟ ਦਾ ਇਹ ਜਨ ਹਿੱਤ ਦਾ, ਡੈਮੋਕ੍ਰੇਸੀ ਦਾ, ਮਨੁੱਖੀ ਅਧਿਕਾਰਾਂ ਦੇ ਸਵਾਲ ਨੇ। ਤੇ ਇਹ ਮਨੁੱਖੀ ਅਧਿਕਾਰਾਂ ਦੇ ਸਵਾਲ ਦੇ ਤੌਰ ਤੇ ਜੇਕਰ ਹੋਏ ਕਿਸੇ ਵੀ ਵੱਲੋਂ ਕੋਈ FIR ਦਰਜ, ਫਿਰ ਆਪਣੇ ਆਪ ਤੁਰਿਆ ਫਿਰਦਾ ਅਫਸਰ ਵੀ ਤੇ ਬਾਕੀ ਦੇ ਲੋਕ ਵੀ ਜਿਹੜੇ ਵੀ ਨੇ ਜਿਸ ਲੈਵਲ ਤੇ ਫਿਰਦੇ ਨੇ, ਇਹਦੇ ਵਾਸਤੇ ਮੈਨੂੰ ਲੱਗਦਾ ਇੰਨਾ ਅੜੀਅਲ ਵਤੀਰਾ ਅਪਣਾਉਣ ਦੀ ਲੋੜ ਨਹੀਂ। ਕਿੰਨੇ ਲੋਕ ਨੇ ਉਹ ਤੁਹਾਡੇ ਦੇਸ਼ ਦੇ ਨਾਗਰਿਕ ਨੇ, ਉਹਨਾਂ ਨੂੰ ਇੱਕ ਛੋਟੀ ਜਿਹੀ ਮੰਗ ਦੇ ਲਈ, ਬਾਕੀ ਗੱਲਾਂ ਤਾਂ ਬੜੀਆਂ ਨਾਰਮਲ ਨੇ ਨਾ ਕਿ 2-2 ਲੱਖ ਮੁਆਵਜ਼ਾ, 25 ਲੱਖ ਜਿੱਦਾਂ ਮਰਿਆ ਉਹਨੂੰ ਦੇ ਦਿਓ ਤੇ ਸਰਕਾਰੀ ਨੌਕਰੀ, ਇਹ ਤਾਂ ਗੌਰਮੈਂਟਾਂ ਨੂੰ ਕੋਈ ਮਾਨਤਾ ਨਹੀਂ ਕਰਦੀ। ਮੇਨ ਗੱਲ ਅਫਸਰ ਦਾ। ਇਹਦਾ ਮਤਲਬ ਕੱਲ੍ਹ ਨੂੰ ਨਹੀਂ ਤਾਂ ਫਿਰ ਤੁਸੀਂ ਹੁਣ ਖੁੱਲ੍ਹੀ ਛੁੱਟੀ ਦੇ ਰਹੇ ਹੋ ਕਿ ਤੁਹਾਡੇ ਵੱਲੋਂ ਅਫਸਰ ਕਾਨੂੰਨ ਦੇ ਮੁਤਾਬਕ ਕੰਮ ਨਹੀਂ ਕਰਨਗੇ, ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਕਰਨਗੇ, ਜਮਹੂਰੀਅਤ ਦੇ ਅਸੂਲ ਮੁਤਾਬਕ ਕੰਮ ਨਹੀਂ ਕਰਨਗੇ। ਜੇ ਰਾਜਾ ਕਹੂਗਾ ਸਿਰ ਪਾੜ ਦਿਓ ਤਾਂ ਸਿਰ ਪਾੜ ਦਿਆ ਕਰਨਗੇ, ਰਾਜਾ ਕਹੂ ਗੋਲੀ ਮਾਰ ਦਿਓ ਗੋਲੀ ਮਾਰ ਦਿਆ ਕਰਨਗੇ। ਤੁਸੀਂ ਖੱਟਰ ਰਾਜ ਚਲਾਉਣਾ ਜਾਂ ਸੰਵਿਧਾਨ ਤੇ ਕਾਨੂੰਨ ਦਾ ਰਾਜ ਚਲਾਉਣਾ ਜੀ ਬਿਲਕੁਲ, ਇਹਦੇ ਵਿੱਚ ਡਿਸਾਈਡ ਕਰਨਾ ਪਏਗਾ, ਇਹਦੇ ਵਿੱਚ ਲੋਕਾਂ ਨੂੰ ਦੇਖਣਾ ਪਏਗਾ। ਔਰ ਜਿਹੜੇ ਵੀ ਮਹਾਰਤ ਰੱਖਦੇ ਲੋਕ ਨੇ ਕਾਨੂੰਨ ਦੀ ਤੇ ਸੰਵਿਧਾਨ ਦੀ, ਉਹ ਇਹ ਕਹਿ ਰਹੇ ਨੇ ਕਿ ਕਿਸੇ ਵੀ ਕੋਈ ਵੀ ਜਿਹੜਾ ਕੰਡਕਟ ਹੈ ਅਫਸਰ ਦਾ ਜੇਕਰ ਇਹੋ ਜਿਹਾ ਹੁੰਦਾ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਜੀ। ਤੇ ਅਗਲੀ ਗੱਲ ਜਿਹੜੀ ਹੈ ਮਤਲਬ ਕਿਸਾਨ ਜਥੇਬੰਦੀਆਂ ਨੇ, ਕਿਸਾਨ ਕਿਉਂਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਜੀ ਉਹਨੇ ਇੱਕ ਐਲਾਨ ਇਹ ਤੋਂ ਪਹਿਲਾਂ ਕੀਤਾ ਸੀ। ਉਹ ਐਲਾਨ ਇਹ ਸੀ ਕਿ BJP ਦਾ ਘਿਰਾਓ ਕਰਨਾ ਤੇ ਬਾਕੀ ਜਥੇ ਪਾਰਟੀਆਂ ਤੋਂ ਪੰਜਾਬ ਦੇ ਵਿੱਚ ਸਵਾਲ ਪੁੱਛਣੇ ਨੇ। ਜੀ ਹੁਣ ਕਈ ਜਗ੍ਹਾ ਸਵਾਲ ਪੁੱਛਣ ਕਿਸਾਨ ਜਾਂਦੇ ਨੇ, ਕੋਈ ਸਾਡੇ ਕੋਲ ਇਹੋ ਜਿਹਾ ਮੈਕੈਨਿਜ਼ਮ ਨਹੀਂ ਹੈ, ਇਹੋ ਜਿਹਾ ਪ੍ਰਬੰਧ ਨਹੀਂ ਹੈ ਜਿਹਦੇ ਰਾਹੀਂ ਸਵਾਲ ਪੁੱਛਿਆ ਜਾ ਸਕੇ। ਲੀਡਰ ਉਹਨਾਂ ਕੋਲ ਖੜਦੇ ਨਹੀਂ, ਜਾਂ ਖੜ ਕੇ ਜਾਂ ਬੈਠ ਕੇ, ਕੋਈ ਤਰੀਕਾ ਹੈ ਨਹੀਂ ਸਾਡੇ ਕੋਲ ਸਵਾਲ ਦਾ ਜਵਾਬ ਦੇਣ ਦਾ। ਇੱਦਾਂ ਕਰਦੇ ਨੇ ਉਹ, ਫਿਰ ਆਪਣੀਆਂ ਰੈਲੀਆਂ ਕਰਦੇ ਨੇ, ਉਹ ਝੰਡੇ ਦਿਖਾਉਂਦੇ ਰਹਿੰਦੇ ਨੇ। ਟਕਰਾਅ ਹੋਇਆ ਬੜੀ ਵਾਰ, ਇਹਦੇ 'ਚੋਂ ਹੀ ਇਹ ਸਾਰਾ ਮੋਗੇ ਵਾਲਾ ਜਿਹੜਾ ਟਕਰਾਅ ਹੈ। ਉਦੋਂ ਬਾਅਦ 8 ਤਰੀਕ ਦੀ ਉਹਨਾਂ ਨੇ ਕਿਹਾ ਸੀਗਾ ਸੰਯੁਕਤ ਮੋਰਚੇ ਨੇ ਕਿ ਅਸੀਂ ਮੀਟਿੰਗ ਕਰਕੇ ਆਪਦਾ ਫੈਸਲਾ ਕਰਾਂਗੇ। 8 ਤਰੀਕ ਤੱਕ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਜਿਨ੍ਹਾਂ ਤੇ ਮੁਕੱਦਮੇ ਦਰਜ ਨੇ ਵਾਪਸ ਆਉਣ, ਸਾਰਾ ਕੁਝ ਕਰਦੇ। ਉਹਦੀ ਰੋਸ਼ਨੀ ਦੇ ਵਿੱਚ ਹੁਣ ਕੱਲ੍ਹ ਨੂੰ 10 ਤਰੀਕ ਨੂੰ ਇਹਨਾਂ ਪਾਰਟੀਆਂ ਨੂੰ ਬੁਲਾਇਆ ਜਾ ਰਿਹਾ ਸੰਯੁਕਤ 32 ਕਿਸਾਨ ਜਥੇਬੰਦੀਆਂ ਵੱਲੋਂ, ਪੰਜਾਬ ਵਾਲੀਆਂ ਵੱਲੋਂ, ਕਿ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਟਕਰਾਅ ਕਿਵੇਂ ਟਾਲਿਆ ਜਾ ਸਕਦਾ, ਤੁਹਾਨੂੰ ਕੀ ਕਰਨ ਦੀ ਲੋੜ ਹੈ। ਤੁਸੀਂ ਓਨੇ ਦੇਰ ਵੈਸੇ ਤਾਂ ਜੇਕਰ ਪ੍ਰਚਾਰ ਬੰਦ ਕਰ ਲਓ ਤਾਂ ਜ਼ਿਆਦਾ ਬਿਹਤਰ ਹੈ, ਨੇੜੇ ਜਾ ਕੇ ਕਰ ਲਿਓ, ਨਹੀਂ ਤਾਂ ਸਵਾਲ ਜਵਾਬ ਦਾ ਕੋਈ ਤਰੀਕਾ ਕੀ ਅਪਣਾਇਆ ਜਾਵੇ ਜਿਹਦੇ ਨਾਲ ਇਹ ਚੀਜ਼ਾਂ ਹੋਣ। ਉਹ ਹੁਣ ਉਹ ਇਕੱਠੀ ਸਾਂਝੀ ਮੀਟਿੰਗ ਨਹੀਂ ਹੋਏਗੀ, ਉਹ ਇਕੱਲੇ ਨਾਲ ਮੀਟਿੰਗ ਕਰਨਗੇ। ਮਤਲਬ ਕਿਸਾਨ ਜਥੇਬੰਦੀਆਂ ਨੇ ਚਿੱਠੀਆਂ ਲਿਖਤੀਆਂ ਨੇ, ਚਿੱਠੀਆਂ ਲਿਖ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੇ ਵਜੇ ਆ ਜਾਓ, ਦੂਜੀ ਧਿਰ ਨੂੰ ਕਿਹਾ ਦੂਜੀ ਪਾਰਟੀ ਨੂੰ ਇੰਨੇ ਵਜੇ ਆ ਜਾਓ। ਹਰ ਪਾਰਟੀ ਨੂੰ ਟਾਈਮ ਦਿੱਤਾ ਗਿਆ ਤਾਂ ਕਿ ਉਹ ਕਿਸਾਨਾਂ ਨਾਲ ਆ ਕੇ ਮਤਲਬ ਉਸ ਲੈਵਲ ਦੀ ਗੱਲ ਕਰ ਸਕਣ। ਇਹਦੇ 'ਚੋਂ ਕੋਈ ਰਸਤਾ ਨਿਕਲਦਾ ਇਸ ਪੱਧਰ ਦਾ ਕਿ ਜਿਹਦੇ ਨਾਲ ਮੋਰਚੇ ਦੀ ਤੇ ਆਂਚ ਆਏ ਬਿਨਾਂ ਕੋਈ ਜਮਹੂਰੀਅਤ ਦਾ ਪ੍ਰੋਸੈਸ ਇਸ ਲੈਵਲ ਤੇ ਚੱਲਦਾ, ਉਹ ਇਹਦੇ ਤੋਂ ਬਾਅਦ ਪਤਾ ਲੱਗੂਗਾ। ਪਰ ਇਹ ਟਕਰਾਅ ਟਾਲਣ ਦੀ ਮੇਰਾ ਖਿਆਲ ਹੈ ਕਿਸਾਨ ਜਥੇਬੰਦੀਆਂ ਦੀ ਇੱਕ ਪਹਿਲ ਕਦਮੀ ਹੈ। ਲੱਗਦਾ ਇਹ ਹੈ ਕਿ ਪਾਰਟੀਆਂ ਵੀ ਇਸ ਨੂੰ ਰਿਸਪੌਂਡ ਜਾਂ ਚੰਗਾ ਹੁੰਗਾਰਾ ਉਸ ਪਾਸੇ ਵੱਲ ਦੇਣਗੀਆਂ ਤਾਂ ਕਿ ਅੱਗੇ ਨੂੰ ਇਸ ਲੈਵਲ ਦੇ ਟਕਰਾਅ ਦੀ ਬਜਾਏ ਮੋਰਚੇ ਤੇ ਧਿਆਨ ਕੇਂਦਰਿਤ ਹੋਵੇ, ਮੋਰਚਾ ਜਿੱਤਿਆ ਜਾ ਸਕੇ ਸਮੁੱਚਤਾ ਦੇ ਵਿੱਚ। ਜੀ ਹਮੀਰ ਜੀ, ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ, ਉਸ ਦੀ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ? ਇਹ ਸਾਰੀਆਂ ਤਿਆਰੀਆਂ ਤਾਂ ਮੈਨੂੰ ਲੱਗਦਾ ਉੱਥੇ ਅਨਾਉਂਸ ਹੀ ਹੋ ਗਿਆ ਸੀ। ਵੈਸੇ ਤਾਂ ਬਹੁਤ ਸੂਬਿਆਂ ਦੇ ਕਿਸਾਨ ਮੁਜ਼ੱਫਰਨਗਰ ਹੀ ਆਏ ਹੋਏ ਸੀ, ਉਹਨਾਂ ਨੇ ਜਾ ਕੇ ਆਪੋ ਆਪਣੀਆਂ ਸਟੇਟਾਂ ਦੇ ਵਿੱਚ ਕੰਮ ਕਰਨਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਕਰਨ ਦੀ ਲੋੜ ਹੈ। ਤੇ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪੋ ਆਪਣੇ ਬੰਦੇ, ਕਿਉਂਕਿ ਹੁਣ ਮੈਨੂੰ ਲੱਗਦਾ ਬੰਦ ਲਈ ਬਹੁਤ ਤਰੱਦਦ ਕਰਨ ਦੀ ਲੋੜ ਨਹੀਂ। ਜਦੋਂ ਚਾਰਜਡ ਮਨੁੱਖ ਹੁੰਦਾ ਜਿਹੜੇ ਅੰਦੋਲਨਾਂ 'ਚੋਂ, ਤੁਸੀਂ ਦੇਖੋ ਮੁਜ਼ੱਫਰਨਗਰ ਇੰਨੀ ਭੀੜ ਸੀ, ਉਦੋਂ ਤੀਜੇ ਦਿਨ ਹੀ ਜਿਹੜਾ ਪੰਗਾ ਕਰਨਾਲ ਹੈਗਾ, ਫਿਰ ਵੀ ਕਿੰਨੀ ਭੀੜ ਆਈ ਲੋਕਾਂ ਦੀ। ਨਹੀਂ ਤਾਂ ਬੰਦੇ ਥੱਕ ਜਾਂਦੇ ਨੇ, ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ, ਘੱਟ ਆਉਣਗੇ। ਇਸ ਲਈ ਘੱਟ ਦਾ ਸਵਾਲ ਨਹੀਂ। ਕਿਸਾਨ ਜਥੇਬੰਦੀਆਂ ਨੂੰ ਇਹ ਲੱਗ ਰਿਹਾ ਹੈ, ਕਿਸਾਨ ਮੋਰਚੇ ਨੂੰ, ਕਿ ਸਾਰਾ ਹੁਣ ਜਿਹੜਾ ਇਹਦਾ ਅਸਰ, ਪਹਿਲਾਂ ਜਿਹੜਾ ਇਹ ਕਹਿੰਦੇ ਸੀ ਕਿ ਪੰਜਾਬ ਹੈ, ਇਕੱਲਾ ਹਰਿਆਣਾ ਹੈ, ਫਿਰ ਉੱਤਰਾਖੰਡ ਹੈ, ਫਿਰ ਯੂਪੀ ਹੈ, ਔਰ ਹੁਣ ਉਹ ਤਾਮਿਲਨਾਡੂ, ਕਰਨਾਟਕਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ, ਜਿੱਥੇ ਤੱਕ ਵੀ ਹੁਣ ਆਏ ਲੋਕ ਨੇ, ਉਹ ਸਾਰੇ ਕਿਤੇ ਦਿਖਾਈ ਦੇਊਗਾ ਉਸ ਪੱਧਰ ਦੇ ਉੱਤੇ। ਔਰ ਉਹ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਇੱਕ ਦੇਸ਼ ਵਿਆਪੀ ਇਹ ਮੈਸੇਜ ਉਹਨਾਂ ਦੇ ਸਾਹਮਣੇ ਦਿਖਾ ਦੇਣਾ ਕਿ ਹਾਂ ਇਹ ਦੇਸ਼ ਦਾ ਅੰਦੋਲਨ ਹੈ। ਤੁਸੀਂ ਉਹ ਨਹੀਂ ਮੰਨਦੇ, ਉਹ ਅਲੱਗ ਸਵਾਲ ਹੈ, ਪਰ ਸਾਰੀ ਦੁਨੀਆ ਦੇਖੂਗੀ ਕਿ ਇਹ ਦੇਸ਼ ਦਾ ਅੰਦੋਲਨ ਹੈ। ਇਹ ਤੋਂ ਪਹਿਲਾਂ ਵੀ ਮੰਨੇ ਹੋਇਆ ਲੋਕਾਂ ਨੇ ਤਾਂ ਵੈਸੇ, ਪਰ ਜਦੋਂ ਸ਼ਾਹਰਾ ਤੌਰ ਤੇ ਇਸ 27 ਤਰੀਕ ਦਾ ਬੰਦ ਹੋਏਗਾ ਤਾਂ ਕਿਸਾਨ ਲੀਡਰਾਂ ਨੂੰ ਇਹ ਲੱਗ ਰਿਹਾ ਕਿ ਸਭ ਤੋਂ ਪਹਿਲੇ ਸਭ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਬੰਦ ਹੋਏਗਾ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।